मेरा नाम गुरदीप है। मेरी उम्र 26 साल है। मैं पिंड ਦਾ ਰਹਿਣ ਵਾਲਾ ਹਾਂ। ਮੇਰੇ ਪਿਤਾ ਜੀ ਖੇਤੀ ਕਰਦੇ ਸਨ ਅਤੇ ਮੇਰੀ ਮਾਂ ਖੇਤਾਂ ਵਿੱਚ ਉਹਨਾਂ ਦੀ ਸਹਾਇਤਾ ਕਰਦੀ ਸੀ। ਬਹੁਤ ਮਿਹਨਤ ਅਤੇ ਲਗਨ ਨਾਲ ਮੇਰੇ ਮਾਤਾ ਪਿਤਾ ਨੇ ਮੈਨੂੰ ਪੜ੍ਹਾਇਆ ਲਿਖਾਇਆ ਅਤੇ ਫਿਰ ਮੈਂ ਪੜ੍ਹ ਲਿਖ ਕੇ ਇੱਕ ਸਕੂਲ ਵਿੱਚ ਨੌਕਰੀ ਕਰਨ ਲੱਗਾ। ਫਿਰ ਇੱਕ ਗੁਆਂਢ ਦੀ ਮਾਸੀ ਮੇਰੇ ਲਈ ਇੱਕ ਚੰਗੇ ਘਰ ਦਾ ਰਿਸ਼ਤਾ ਲੈ ਕੇ ਆਈ। ਕੁੜੀ ਵਾਲਿਆਂ ਨੇ ਸਾਨੂੰ 2 ਦਿਨ ਬਾਅਦ ਆਪਣੇ ਘਰ ਬੁਲਾਇਆ ਸੀ ਕੁੜੀ ਦੇਖਣ ਲਈ। ਮੇਰੀ ਮਾਂ ਨੂੰ ਕੁੜੀ ਬਹੁਤ ਪਸੰਦ ਆ ਗਈ ਅਤੇ 1 ਮਹੀਨੇ ਦੇ ਅੰਦਰ ਹੀ ਮੇਰਾ ਵਿਆਹ ਹੋ ਗਿਆ। ਮੇਰੀ ਪਤਨੀ ਦਾ ਨਾਂ ਰੀਤ ਹੈ। ਮੈਂ ਅਤੇ ਮੇਰੀ ਪਤਨੀ ਅਸੀਂ ਬਹੁਤ ਖੁਸ਼ ਰਹਿੰਦੇ ਹਾਂ। ਮੇਰੀ ਪਤਨੀ ਨੂੰ ਸੀਰੀਅਲ ਦੇਖਣ ਦਾ ਬਹੁਤ ਸ਼ੌਂਕ ਸੀ। ਉਹ ਘਰ ਦੇ ਸਾਰੇ ਕੰਮ ਕਰਕੇ ਸੀਰੀਅਲ ਦੇਖਣ ਬੈਠ ਜਾਂਦੀ ਸੀ। ਪਰ ਇੱਕ ਦਿਨ ਅਚਾਨਕ ਰਾਤ ਨੂੰ ਮੇਰੀ ਅੱਖ ਖੁੱਲ੍ਹੀ ਅਤੇ ਮੈਂ ਵੇਖਿਆ ਕਿ ਮੇਰੀ ਪਤਨੀ ਰਾਤ ਨੂੰ ਵੀ ਮੋਬਾਈਲ ਲੈ ਕੇ ਬੈਠੀ ਹੈ। ਤਾਂ ਮੈਂ ਉਸ ਤੋਂ ਪੁੱਛਿਆ, ਰੀਤ ਤੂੰ ਇੰਨੀ ਰਾਤ ਨੂੰ ਮੋਬਾਈਲ ਵਿੱਚ ਕੀ ਕਰ ਰਹੀ ਹੈ? ਮੇਰੀ ਪਤਨੀ ਨੇ ਜਵਾਬ ਦਿੱਤਾ ਕਿ ਮੈਂ ਤਾਂ ਸੀਰੀਅਲ ਵੇਖ ਰਹੀ ਹਾਂ। ਫਿਰ ਇੱਕ ਦਿਨ ਅਚਾਨਕ ਮੇਰੇ ਅਕਾਊਂਟ ਵਿੱਚ ਪੈਸੇ ਆ ਗਏ। ਮੈਂ ਉਹ ਪੈਸੇ ਵੇਖ ਕੇ ਹੈਰਾਨ ਹੋ ਗਿਆ ਕਿ ਇੰਨੇ ਪੈਸੇ ਮੇਰੇ ਅਕਾਊਂਟ ਵਿੱਚ ਆਖਰ ਕਿਸ ਨੇ ਪਾ ਦਿੱਤੇ। ਮੈਨੂੰ ਆਪਣੀ ਪਤਨੀ 'ਤੇ ਸ਼ੱਕ ਹੋਣ ਲੱਗਾ, ਕਿਉਂਕਿ ਹੁਣ ਮੇਰੀ ਪਤਨੀ ਰੋਜ਼ ਰਾਤ ਨੂੰ ਮੋਬਾਈਲ 'ਤੇ ਕੁਝ ਨਾ ਕੁਝ ਕਰਦੀ ਹੀ ਰਹਿੰਦੀ ਸੀ। ਰਾਤ ਨੂੰ ਜਦੋਂ ਵੀ ਮੇਰੀ ਅੱਖ ਖੁੱਲ੍ਹਦੀ ਉਸ ਦੇ ਹੱਥ ਵਿੱਚ ਮੋਬਾਈਲ ਹੁੰਦਾ। ਇੱਕ ਰਾਤ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਵੇਖਿਆ ਮੇਰੀ ਪਤਨੀ ਮੇਰੇ ਕੋਲ ਨਹੀਂ ਸੀ। ਮੈਂ ਉੱਠ ਕੇ ਕਮਰੇ ਤੋਂ ਬਾਹਰ ਗਿਆ ਤਾਂ ਮੈਂ ਵੇਖਿਆ ਕਿ ਮੇਰੀ ਪਤਨੀ ਦੂਜੇ ਕਮਰੇ ਵਿੱਚ ਮੋਬਾਈਲ ਲੈ ਕੇ ਬੈਠੀ ਹੋਈ ਹੈ। ਪਰ ਮੈਨੂੰ ਠੀਕ ਤੋਂ ਦਿਖਾਈ ਨਹੀਂ ਦਿੱਤਾ ਕਿ ਉਹ ਕੀ ਕਰ ਰਹੀ ਹੈ। ਉਦੋਂ ਉਸਨੇ ਆਪਣਾ ਮੋਬਾਈਲ ਬੰਦ ਕੀਤਾ ਅਤੇ ਕਮਰੇ ਵੱਲ ਆਉਣ ਲੱਗੀ। ਇਹ ਵੇਖ ਕੇ ਮੈਂ ਵੀ ਜਲਦੀ ਤੋਂ ਆਪਣੇ ਕਮਰੇ ਵਿੱਚ ਆ ਗਿਆ ਅਤੇ ਸੌਣ ਦਾ ਨਾਟਕ ਕਰਨ ਲੱਗਾ। ਹੁਣ ਤਾਂ ਇਹ ਰੋਜ਼ ਦਾ ਹੀ ਕੰਮ ਹੋ ਗਿਆ ਸੀ। ਜਦੋਂ ਵੀ ਮੇਰੀ ਅੱਖ ਖੁੱਲ੍ਹਦੀ ਮੇਰੀ ਪਤਨੀ ਦੂਜੇ ਕਮਰੇ ਵਿੱਚ ਬੈਠ ਕੇ ਮੋਬਾਈਲ ਚਲਾ ਰਹੀ ਹੁੰਦੀ ਅਤੇ ਜਦੋਂ ਸਵੇਰੇ ਮੈਂ ਉਸ ਤੋਂ ਪੁੱਛਦਾ ਤਾਂ ਉਹ ਕਹਿੰਦੀ ਮੈਨੂੰ ਨੀਂਦ ਨਹੀਂ ਆ ਰਹੀ ਸੀ, ਇਸ ਲਈ ਮੈਂ ਤਾਂ ਸੀਰੀਅਲ ਵੇਖ ਰਹੀ ਸੀ। ਤੁਸੀਂ ਪਰੇਸ਼ਾਨ ਨਾ ਹੋ, ਇਸ ਲਈ ਮੈਂ ਦੂਜੇ ਕਮਰੇ ਵਿੱਚ ਜਾ ਕੇ ਸੀਰੀਅਲ ਦੇਖਣ ਬੈਠ ਜਾਂਦੀ ਹਾਂ। ਮੈਂ ਇੱਕ ਸਕੂਲ ਵਿੱਚ ਟੀਚਰ ਦੀ ਜੌਬ ਕਰਦਾ ਸੀ। ਮੇਰੀ ਤਨਖਾਹ ਤਾਂ ਜ਼ਿਆਦਾ ਨਹੀਂ ਸੀ, ਪਰ ਜਿੰਨੀ ਵੀ ਸੀ ਉਸ ਵਿੱਚ ਅਸੀਂ ਖੁਸ਼ ਰਹਿੰਦੇ ਸੀ। ਪਰ ਅਚਾਨਕ ਆਪਣੀ ਪਤਨੀ ਦੀ ਅਜਿਹੀਆਂ ਹਰਕਤਾਂ ਵੇਖ ਕੇ ਮੈਨੂੰ ਉਸ 'ਤੇ ਸ਼ੱਕ ਹੋਣ ਲੱਗਾ। ਮੇਰਾ ਸ਼ੱਕ ਉਸ ਸਮੇਂ ਹੋਰ ਵੱਧ ਗਿਆ ਜਦੋਂ ਮੇਰੇ ਅਕਾਊਂਟ ਵਿੱਚ ਪੈਸੇ ਆਉਣੇ ਸ਼ੁਰੂ ਹੋ ਗਏ। ਮੈਂ ਸੋਚਾਂ ਵਿੱਚ ਪੈ ਗਿਆ ਕਿ ਮੇਰੇ ਅਕਾਊਂਟ ਵਿੱਚ ਇੰਨੇ ਪੈਸੇ ਅਖੀਰ ਕਿਸ ਨੇ ਪਾਏ? ਕੀ ਕਿਸੇ ਤੋਂ ਕੋਈ ਗਲਤੀ ਹੋ ਗਈ ਸੀ ਜਾਂ ਜਾਣ-ਬੁੱਝ ਕੇ ਕਿਸੇ ਨੇ ਮੇਰੇ ਅਕਾਊਂਟ ਵਿੱਚ ਪੈਸੇ ਪਾਏ ਹਨ? ਕੋਈ ਅਜਿਹਾ ਨੰਬਰ ਵੀ ਨਹੀਂ ਸੀ ਜਿਸ 'ਤੇ ਮੈਂ ਕਾਲ ਕਰਕੇ ਪਤਾ ਕਰ ਸਕਾਂ ਕਿ ਮੇਰੇ ਅਕਾਊਂਟ ਵਿੱਚ ਪੈਸੇ ਕਿਸ ਨੇ ਪਾਏ ਹਨ। ਮੈਨੂੰ ਆਪਣੇ ਅਕਾਊਂਟ ਵਿੱਚ ਪੈਸੇ ਵੇਖ ਕੇ ਖੁਸ਼ੀ ਹੋਈ, ਪਰ ਮੈਂ ਆਪਣੀ ਪਤਨੀ ਨੂੰ ਨਹੀਂ ਦੱਸਿਆ। ਅਚਾਨਕ ਮੇਰੇ ਦਿਮਾਗ ਵਿੱਚ ਆਇਆ, ਕਿਤੇ ਇਹ ਪੈਸੇ ਮੈਨੂੰ ਮੇਰੀ ਪਤਨੀ ਦੀ ਵਜ੍ਹਾ ਨਾਲ ਤਾਂ ਨਹੀਂ ਮਿਲ ਰਹੇ ਹਨ। ਉਹ ਰੋਜ਼ ਰਾਤ ਨੂੰ ਦੂਜੇ ਕਮਰੇ ਵਿੱਚ ਮੋਬਾਈਲ ਸਾਹਮਣੇ ਬੈਠ ਕੇ ਕੁਝ ਕਰਦੀ ਹੈ। ਕਿਤੇ ਮੇਰੀ ਪਤਨੀ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੀ ਸੀ? ਹੋ ਸਕਦਾ ਹੈ ਕਿ ਪੈਸਿਆਂ ਦੀ ਕਮੀ ਦੀ ਵਜ੍ਹਾ ਨਾਲ ਉਹ ਕੋਈ ਗਲਤ ਕੰਮ ਕਰਨ ਲੱਗੀ ਹੋਵੇ। ਇਹ ਸਭ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀ ਸੀ। ਇਹਨਾਂ ਗੱਲਾਂ ਨੂੰ ਸੋਚ ਕੇ ਮੇਰਾ ਸਿਰ ਚੱਕਰਾ ਰਿਹਾ ਸੀ। ਇਸ ਵਜ੍ਹਾ ਨਾਲ ਮੈਂ ਬੱਚਿਆਂ ਨੂੰ ਪੜ੍ਹਾਉਣ 'ਤੇ ਵੀ ਧਿਆਨ ਨਹੀਂ ਦੇ ਪਾ ਰਿਹਾ ਸੀ, ਜਿਸ ਦੀ ਵਜ੍ਹਾ ਨਾਲ ਮੈਨੂੰ ਸਕੂਲ ਦੇ ਪ੍ਰਿੰਸੀਪਲ ਨੇ ਨੌਕਰੀ ਤੋਂ ਕੱਢ ਦਿੱਤਾ। ਮੈਂ ਘਰ ਗਿਆ, ਪਰ ਮੈਂ ਆਪਣੀ ਨੌਕਰੀ ਚਲੀ ਜਾਣ ਦੀ ਗੱਲ ਆਪਣੇ ਘਰ 'ਤੇ ਨਹੀਂ ਦੱਸੀ। ਮੈਂ ਸੋਚਣ ਲੱਗਾ ਕਿ ਹੁਣ ਸਾਡੇ ਘਰ ਦਾ ਖਰਚਾ ਕਿਵੇਂ ਚੱਲੇਗਾ। ਅਚਾਨਕ ਮੇਰੇ ਦਿਮਾਗ ਵਿੱਚ ਅਕਾਊਂਟ ਵਿੱਚ ਪਏ ਹੋਏ ਪੈਸਿਆਂ ਦਾ ਧਿਆਨ ਆਇਆ। ਫਿਰ ਮੈਂ ਆਪਣੇ ਅਕਾਊਂਟ 'ਚੋਂ ਥੋੜ੍ਹੇ ਜਿਹੇ ਪੈਸੇ ਕੱਢ ਲਏ ਅਤੇ ਪੂਰੇ ਮਹੀਨੇ ਦਾ ਰਾਸ਼ਨ ਘਰ ਲਿਆ ਕੇ ਰੱਖ ਦਿੱਤਾ ਅਤੇ ਬਾਕੀ ਦੇ ਪੈਸੇ ਅਕਾਊਂਟ ਵਿੱਚ ਹੀ ਰਹਿਣ ਦਿੱਤੇ। ਮੈਂ ਸੋਚ ਲਿਆ ਸੀ, ਜੇਕਰ ਕਿਸੇ ਨੇ ਮੇਰੇ ਤੋਂ ਪੈਸੇ ਵਾਪਸ ਮੰਗੇ ਤਾਂ ਤਦ ਤੱਕ ਮੈਂ ਕੋਈ ਨਾ ਕੋਈ ਨੌਕਰੀ ਖੋਜ ਹੀ ਲਵਾਂਗਾ ਅਤੇ ਇਹ ਪੈਸੇ ਵਾਪਸ ਮੋੜ ਦੇਵਾਂਗਾ। ਹੁਣ ਤਾਂ ਮੈਂ ਆਪਣੀ ਪਤਨੀ ਤੋਂ ਇਹਨਾਂ ਪੈਸਿਆਂ ਬਾਰੇ ਕੋਈ ਸਵਾਲ ਵੀ ਨਹੀਂ ਕਰ ਸਕਦਾ ਸੀ, ਕਿਉਂਕਿ ਨੌਕਰੀ ਜਾਣ ਦੀ ਵਜ੍ਹਾ ਨਾਲ ਮੈਂ ਆਪਣੇ ਆਪ ਹੀ ਉਹ ਪੈਸੇ ਖਰਚ ਕਰ ਚੁੱਕਿਆ ਸੀ। ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਵੇਖ ਸਕਦਾ ਸੀ। ਸਭ ਕੁਝ ਪਹਿਲਾਂ ਵਾਂਗ ਹੀ ਚੱਲ ਰਿਹਾ ਸੀ। ਮੇਰੀ ਪਤਨੀ ਮੇਰਾ ਬਹੁਤ ਖਿਆਲ ਰੱਖਦੀ ਸੀ, ਪਰ ਹੁਣ ਉਸਨੇ ਇੱਕ ਨਵਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਰੋਜ਼ ਰਾਤ ਨੂੰ ਮੈਨੂੰ ਦੁੱਧ ਦਾ ਗਿਲਾਸ ਦਿੰਦੀ ਅਤੇ ਕਹਿੰਦੀ,
ਤੁਸੀਂ ਬਿਲਕੁਲ ਆਪਣਾ ਖਿਆਲ ਨਹੀਂ ਰੱਖਦੇ। ਤੁਸੀਂ ਕਿੰਨੇ ਕਮਜ਼ੋਰ ਹੋ ਰਹੇ ਹੋ। ਸਾਰਾ ਦਿਨ ਤੁਸੀਂ ਸਾਡੇ ਲਈ ਮਿਹਨਤ ਕਰਦੇ ਰਹਿੰਦੇ ਹੋ। ਹੁਣ ਮੈਂ ਤੁਹਾਨੂੰ ਰੋਜ਼ਾਨਾ ਦੁੱਧ ਦਾ ਗਿਲਾਸ ਦਿਆ ਕਰਾਂਗੀ। ਇਸ ਨੂੰ ਪੀ ਕੇ ਤੁਹਾਡੇ ਸਰੀਰ ਨੂੰ ਤਾਕਤ ਮਿਲੇਗੀ ਅਤੇ ਸਾਰਾ ਦਿਨ ਤੁਹਾਨੂੰ ਸੁਸਤੀ ਨਹੀਂ ਆਵੇਗੀ। ਮੈਂ ਮੁਸਕਰਾ ਕੇ ਆਪਣੀ ਪਤਨੀ ਨੂੰ ਵੇਖਣ ਲੱਗਾ। ਸੋਚਣ ਲੱਗਾ ਕਿ ਸਾਰਾ ਦਿਨ ਭੱਜ ਕੇ ਸਾਡੇ ਲਈ ਕੰਮ ਕਰਦੀ ਹੈ, ਸਾਡੇ ਲਈ ਖਾਣਾ ਪਕਾਉਂਦੀ ਹੈ, ਕੱਪੜੇ ਧੋਂਦੀ ਹੈ, ਆਪਣੇ ਆਪ ਦਾ ਖਿਆਲ ਨਹੀਂ ਰੱਖ ਪਾਉਂਦੀ ਅਤੇ ਮੇਰਾ ਇੰਨਾ ਖਿਆਲ ਰੱਖ ਰਹੀ ਹੈ। ਮੈਂ ਦਿਲ ਹੀ ਦਿਲ ਵਿੱਚ ਰੱਬ ਦਾ ਸ਼ੁਕਰ ਅਦਾ ਕੀਤਾ। ਉਸਨੇ ਮੈਨੂੰ ਇੰਨਾ ਪਿਆਰ ਕਰਨ ਵਾਲੀ ਤੇ ਇੰਨਾ ਖਿਆਲ ਰੱਖਣ ਵਾਲੀ ਪਤਨੀ ਦਿੱਤੀ ਹੈ। ਮੈਂ ਉਹ ਦੁੱਧ ਦਾ ਗਿਲਾਸ ਪੀਤਾ ਅਤੇ ਉਸ ਦਾ ਹੱਥ ਫੜ ਕੇ ਉਸ ਨੂੰ ਕਿਹਾ, ਤੂੰ ਇੱਕ ਬਹੁਤ ਚੰਗੀ ਪਤਨੀ ਹੈ। ਮੈਂ ਹਮੇਸ਼ਾ ਰੱਬ ਦਾ ਸ਼ੁਕਰ ਅਦਾ ਕਰਦਾ ਹਾਂ ਕਿ ਉਸਨੇ ਮੈਨੂੰ ਇੰਨੀ ਖੂਬਸੂਰਤ ਅਤੇ ਇੰਨੀ ਵਫਾ ਕਰਨ ਵਾਲੀ ਪਤਨੀ ਦਿੱਤੀ ਹੈ। ਮੇਰੀ ਇਹ ਗੱਲ ਸੁਣ ਕੇ ਉਹ ਮੇਰੇ ਤੋਂ ਨਜ਼ਰਾਂ ਚੁਰਾਉਣ ਲੱਗੀ ਅਤੇ ਉਸ ਦੇ ਚਿਹਰੇ 'ਤੇ ਅਜੀਬ ਜਿਹੀ ਮੁਸਕਰਾਹਟ ਆਈ, ਪਰ ਮੈਂ ਉਸ ਨੂੰ ਆਪਣਾ ਵਹਿਮ ਸਮਝਿਆ ਅਤੇ ਭੁੱਲ ਗਿਆ। ਹੁਣ ਉਹ ਰੋਜ਼ ਮੈਨੂੰ ਇੰਝ ਹੀ ਦੁੱਧ ਦਾ ਗਿਲਾਸ ਦਿੰਦੀ ਸੀ ਅਤੇ ਦੁੱਧ ਪੀਂਦੇ ਹੀ ਮੈਨੂੰ ਬਹੁਤ ਗੂੜੀ ਨੀਂਦ ਆ ਜਾਂਦੀ ਸੀ। ਜਦੋਂ ਮੈਂ ਸਵੇਰੇ ਨੂੰ ਉੱਠਦਾ ਤਾਂ ਮੇਰਾ ਥੋੜ੍ਹਾ ਜਿਹਾ ਸਿਰ ਦੁਖਦਾ, ਪਰ ਥੋੜ੍ਹੀ ਦੇਰ ਬਾਅਦ ਠੀਕ ਹੋ ਜਾਂਦਾ। ਇਹ ਸਭ ਗੱਲਾਂ ਸੋਚ ਕੇ ਮੇਰਾ ਸ਼ੱਕ ਮੇਰੀ ਪਤਨੀ 'ਤੇ ਹੋਰ ਜ਼ਿਆਦਾ ਹੁੰਦਾ ਜਾ ਰਿਹਾ ਸੀ। ਮੈਂ ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਦਾ ਸੀ। ਜਦੋਂ ਵੀ ਉਸ ਦੀ ਬੇਵਫਾਈ ਦਾ ਸੋਚਦਾ ਤਾਂ ਮੇਰਾ ਦਿਲ ਤੜਫ ਉੱਠਦਾ ਸੀ ਅਤੇ ਮੈਂ ਇਹ ਸਭ ਆਪਣਾ ਵਹਿਮ ਸਮਝ ਕੇ ਭੁੱਲ ਜਾਂਦਾ ਸੀ। ਆਪਣੇ ਕਦਮ ਪਿੱਛੇ ਖਿੱਚ ਲੈਂਦਾ ਸੀ ਕਿ ਜੋ ਰਾਜ਼ ਹੈ ਉਹ ਰਾਜ਼ ਹੀ ਰਹੇ। ਆਪਣੀ ਪਤਨੀ ਤੋਂ ਇੱਕ ਪਲ ਵੀ ਦੂਰ ਨਹੀਂ ਰਹਿ ਸਕਦਾ ਸੀ। ਪਰ ਅਜੋਕੇ ਸਮੇਂ ਵਿੱਚ ਜੋ ਕੁਝ ਇੰਟਰਨੈਟ 'ਤੇ ਹੋ ਰਿਹਾ ਸੀ, ਉਸ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਸੀ। ਮੇਰੇ ਦੋਸਤ ਅਕਸਰ ਅਡਲਟ ਵੀਡੀਓ ਅਤੇ ਫੋਟੋਜ਼ ਦੇਖਦੇ ਰਹਿੰਦੇ ਸਨ ਅਤੇ ਮੈਨੂੰ ਦੱਸਦੇ ਰਹਿੰਦੇ ਸਨ। ਮੈਂ ਵੀ ਇੱਕ ਮਰਦ ਸੀ ਅਤੇ ਇਹਨਾਂ ਸਭ ਗੱਲਾਂ ਨੂੰ ਚੰਗੇ ਤੋਂ ਸਮਝਦਾ ਸੀ ਅਤੇ ਮੈਂ ਇਹ ਵੀ ਜਾਣਦਾ ਸੀ ਕਿ ਇਹਨਾਂ ਸਭ ਕੰਮਾਂ ਬਦਲੇ ਬਹੁਤ ਸਾਰੇ ਪੈਸੇ ਮਿਲਦੇ ਹਨ। ਪਰ ਮੈਂ ਆਪਣੀ ਪਤਨੀ ਬਾਰੇ ਇਹ ਸਭ ਕੁਝ ਨਹੀਂ ਸੋਚਣਾ ਚਾਹੁੰਦਾ ਸੀ, ਕਿਉਂਕਿ ਉਹ ਮੈਨੂੰ ਮੁਹੱਬਤ ਕਰਦੀ ਸੀ। ਮੇਰਾ ਦਿਲ ਆਪਣੀ ਪਤਨੀ ਬਾਰੇ ਗਲਤ ਸੋਚਣ ਨੂੰ ਤਿਆਰ ਹੀ ਨਹੀਂ ਸੀ। ਖੈਰ, ਮੈਂ ਰੋਜ਼ ਦੀ ਤਰ੍ਹਾਂ ਨੌਕਰੀ ਲੱਭਣ ਲਈ ਨਿਕਲ ਗਿਆ ਅਤੇ ਬਹੁਤ ਤਲਾਸ਼ ਕਰਨ ਤੋਂ ਬਾਅਦ ਮੈਨੂੰ ਇੱਕ ਨੌਕਰੀ ਮਿਲ ਗਈ। ਹੁਣ ਮੈਂ ਰੋਜ਼ ਦੀ ਤਰ੍ਹਾਂ ਆਪਣੇ ਕੰਮ 'ਤੇ ਜਾਂਦਾ ਅਤੇ ਜਦੋਂ ਸ਼ਾਮ ਨੂੰ ਥੱਕਿਆ ਹਾਰਿਆ ਘਰ ਵਾਪਸ ਆਉਂਦਾ ਤਾਂ ਮੇਰੀ ਪਤਨੀ ਖਾਣੇ ਤੋਂ ਬਾਅਦ ਮੈਨੂੰ ਦੁੱਧ ਦਾ ਗਿਲਾਸ ਜ਼ਰੂਰ ਦਿੰਦੀ ਸੀ, ਜਿਸ ਨੂੰ ਪੀ ਕੇ ਮੈਂ ਬਹੁਤ ਗੂੜੀ ਨੀਂਦ ਵਿੱਚ ਸੋ ਜਾਂਦਾ ਅਤੇ ਸਵੇਰੇ ਹੀ ਉੱਠਦਾ। ਆਪਣੀ ਪਤਨੀ ਦੀ ਇਹ ਹਰਕਤ ਮੈਨੂੰ ਉਸ 'ਤੇ ਸ਼ੱਕ ਕਰਨ ਲਈ ਮਜਬੂਰ ਕਰ ਰਹੀ ਸੀ। ਮੈਂ ਸੋਚਣ ਲੱਗਾ, ਸ਼ਾਇਦ ਉਹ ਮੈਨੂੰ ਦੁੱਧ ਵਿੱਚ ਕੁਝ ਮਿਲਾ ਕੇ ਦਿੰਦੀ ਹੈ, ਜਿਸ ਦੀ ਵਜ੍ਹਾ ਨਾਲ ਮੈਂ ਗੂੜੀ ਨੀਂਦ ਵਿੱਚ ਸੋ ਜਾਂਦਾ ਹਾਂ। ਇੱਕ ਦਿਨ ਜਦੋਂ ਮੈਂ ਕੰਮ ਤੋਂ ਥੱਕਿਆ ਹਾਰਿਆ ਘਰ ਵਾਪਸ ਆਇਆ ਤੇ ਖਾਣਾ ਖਾਂਦੇ ਹੀ ਸੋ ਗਿਆ। ਉਸ ਰਾਤ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਵੇਖਿਆ ਕਿ ਮੇਰੀ ਪਤਨੀ ਮੇਰੇ ਕੋਲ ਨਹੀਂ ਹੈ। ਜਦੋਂ ਮੈਂ ਉਸ ਨੂੰ ਦੇਖਣ ਬਾਹਰ ਗਿਆ ਤਾਂ ਮੈਂ ਵੇਖਿਆ ਕਿ ਦੂਜੇ ਕਮਰੇ ਦੀ ਲਾਈਟ ਜਲ ਰਹੀ ਹੈ ਅਤੇ ਉਹ ਉੱਥੇ ਬੈਠ ਕੇ ਫੋਨ ਵਿੱਚ ਕੁਝ ਕਰ ਰਹੀ ਹੈ। ਇਹ ਸਭ ਵੇਖਦੇ ਹੀ ਮੇਰੇ ਦਿਮਾਗ ਵਿੱਚ ਫਿਰ ਤੋਂ ਸ਼ੱਕ ਦੀ ਘੰਟੀ ਵੱਜਣ ਲੱਗੀ। ਮੈਂ ਵੀ ਅਖੀਰ ਮਰਦ ਸੀ, ਕਦੋਂ ਤੱਕ ਉਸ 'ਤੇ ਸ਼ੱਕ ਨਹੀਂ ਕਰਦਾ ਅਤੇ ਇੱਕ ਇੱਜ਼ਤਦਾਰ ਮਰਦ ਇਹ ਸਭ ਕੁਝ ਬਰਦਾਸ਼ਤ ਨਹੀਂ ਕਰ ਸਕਦਾ। ਸਭ ਕੁਝ ਮੇਰੇ ਦਿਮਾਗ ਵਿੱਚ ਇੱਕ ਫਿਲਮ ਦੀ ਤਰ੍ਹਾਂ ਚੱਲ ਰਿਹਾ ਸੀ। ਹੁਣ ਤਾਂ ਮੇਰੀ ਪਤਨੀ ਵੀ ਮੇਰੇ ਤੋਂ ਜ਼ਿਆਦਾ ਗੱਲ ਨਹੀਂ ਕਰਦੀ ਸੀ। ਜਦੋਂ ਮੈਂ ਕੰਮ ਤੋਂ ਘਰ ਵਾਪਸ ਆਉਂਦਾ ਤਾਂ ਉਹ ਮੈਨੂੰ ਖਾਣਾ ਖਵਾਉਂਦੀ ਤੇ ਫਿਰ ਦੁੱਧ ਦਾ ਗਿਲਾਸ ਦਿੰਦੀ ਅਤੇ ਮੈਂ ਵੀ ਦੁੱਧ ਪੀ ਕੇ ਸੋ ਜਾਂਦਾ। ਸਮੇਂ ਦੇ ਨਾਲ ਨਾਲ ਸਾਡੇ ਵਿੱਚ ਦੂਰੀਆਂ ਵਧਣ ਲੱਗੀ ਸੀ। ਮੈਂ ਸਾਰਾ ਦਿਨ ਇਸ ਸੋਚ ਵਿੱਚ ਗੁੰਮ ਰਹਿੰਦਾ ਸੀ। ਆਪਣੀ ਸੋਚ ਤੋਂ ਤੰਗ ਆ ਕੇ ਅਖੀਰ ਮੈਂ ਫੈਸਲਾ ਕਰ ਹੀ ਲਿਆ ਕਿ ਮੈਂ ਆਪਣੀ ਪਤਨੀ ਦਾ ਰਾਜ਼ ਜਾਣ ਕੇ ਹੀ ਰਹਾਂਗਾ। ਮੈਂ ਇਹ ਗੱਲ ਜਾਣ ਕੇ ਹੀ ਰਹਾਂਗਾ ਕਿ ਉਹ ਆਖਰ ਇੰਨੀ ਰਾਤ ਨੂੰ ਕਮਰੇ ਵਿੱਚ ਮੋਬਾਈਲ ਸਾਹਮਣੇ ਬੈਠ ਕੇ ਕੀ ਕਰਦੀ ਹੈ। ਕਿਤੇ ਉਹ ਵੀ ਤਾਂ ਕੋਈ ਗਲਤ ਕੰਮ ਨਹੀਂ ਕਰ ਰਹੀ ਹੈ। ਹੋ ਸਕਦਾ ਹੈ ਪੈਸਿਆਂ ਦੀ ਪਰੇਸ਼ਾਨੀ ਤੋਂ ਤੰਗ ਆ ਕੇ ਉਸਨੇ ਕੋਈ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੋਵੇ ਅਤੇ ਜੇਕਰ ਅਜਿਹਾ ਹੋਇਆ ਜਿਵੇਂ ਮੈਂ ਸੋਚ ਰਿਹਾ ਹਾਂ ਤਾਂ ਮੈਂ ਬਿਨਾਂ ਕੁਝ ਸੋਚੇ ਸਮਝੇ ਉਸ ਨੂੰ ਛੱਡ ਦੇਵਾਂਗਾ। ਨਾ ਮੈਂ ਆਪਣੀ ਮੁਹੱਬਤ ਦੀ ਫਿਕਰ ਕਰਾਂਗਾ ਅਤੇ ਨਾ ਆਪਣੇ ਬੱਚਿਆਂ ਦੀ। ਮੈਂ ਅਜਿਹੀ ਔਰਤ ਨਾਲ ਕਦੇ ਨਹੀਂ ਰਹਿ ਸਕਦਾ ਜੋ ਗਲਤ ਕੰਮ ਕਰਦੀ ਹੈ, ਜੋ ਪਰਾਏ ਮਰਦਾਂ ਨੂੰ ਆਪਣੇ ਜਿਸਮ ਦੀ ਨੁਮਾਇਸ਼ ਕਰਦੀ ਹੈ। ਮੈਂ ਵੀ ਅਖੀਰ ਇੱਕ ਇੱਜ਼ਤਦਾਰ ਮਰਦ ਹਾਂ। ਮੈਂ ਆਪਣੀ ਪਤਨੀ ਦਾ ਕੋਈ ਵੀ ਗਲਤ ਕੰਮ ਬਰਦਾਸ਼ਤ ਨਹੀਂ ਕਰ ਸਕਦਾ ਸੀ। ਹੁਣ ਉਹ ਮੇਰਾ ਜ਼ਿਆਦਾ ਖਿਆਲ ਵੀ ਨਹੀਂ ਰੱਖਦੀ ਸੀ। ਉਸ ਨੂੰ ਬਸ ਇਹੀ ਫਿਕਰ ਰਹਿੰਦੀ ਸੀ ਕਿ ਮੈਂ ਜਲਦੀ ਦੁੱਧ ਪੀ ਕੇ ਸੋ ਜਾਵਾਂ।
ਤਾਂ ਕਿ ਉਹ ਆਪਣੇ ਕੰਮ ਤੇ ਲੱਗ ਜਾਵੇ। ਹੁਣ ਮੈਨੂੰ ਲੱਗਣ ਲੱਗਾ ਸੀ ਕਿ ਉਸ ਨੂੰ ਇਸ ਕੰਮ ਵਿੱਚ ਬਹੁਤ ਮਜ਼ਾ ਆ ਰਿਹਾ ਸੀ। ਹੁਣ ਤਾਂ ਬੱਚੇ ਵੀ ਕਹਿਣ ਲੱਗੇ ਸਨ ਕਿ ਮਾਂ ਤਾਂ ਸਾਰਾ ਦਿਨ ਸੌਂਦੀ ਰਹਿੰਦੀ ਹੈ, ਸਾਨੂੰ ਆਪਣੇ ਆਪ ਆਪਣੇ ਹੱਥੀਂ ਲੈ ਕੇ ਖਾਣਾ ਖਾਣਾ ਪੈਂਦਾ ਹੈ। ਮੈਂ ਸੋਚਣ ਲੱਗਿਆ, ਸਾਫ਼ ਜਿਹੀ ਗੱਲ ਹੈ, ਜਦੋਂ ਰਾਤ ਭਰ ਜਾਗ ਕੇ ਬੰਦ ਕਮਰੇ ਵਿੱਚ ਮੋਬਾਈਲ ਤੇ ਜੋ ਕੰਮ ਕਰਦੀ ਹੈ ਉਸ ਵਿੱਚ ਥੱਕ ਜਾਂਦੀ ਹੋਵੇਗੀ। ਮੇਰਾ ਦਿਲ ਇਹ ਸਭ ਗੱਲਾਂ ਸੋਚ ਕੇ ਬਹੁਤ ਦੁਖੀ ਹੋ ਰਿਹਾ ਸੀ। ਮੈਨੂੰ ਆਪਣੀ ਪਤਨੀ ਨਾਲ ਨਫ਼ਰਤ ਹੋਣ ਲੱਗੀ ਸੀ। ਮੈਂ ਇਹ ਸੋਚ ਕੇ ਅੰਦਰ ਹੀ ਅੰਦਰ ਰੋ ਰਿਹਾ ਸੀ ਕਿ ਮੇਰੀ ਪਤਨੀ ਮੇਰੇ ਹੁੰਦੇ ਹੋਏ ਵੀ ਗੈਰ ਮਰਦਾਂ ਨਾਲ ਆਪਣਾ ਦਿਲ ਬਹਿਲਾ ਰਹੀ ਸੀ। ਕੀ ਮੇਰੀ ਮੁਹੱਬਤ ਵਿੱਚ ਕੋਈ ਕਮੀ ਰਹਿ ਗਈ ਸੀ ਜਿਸ ਕਰਕੇ ਮੇਰੀ ਪਤਨੀ ਨੇ ਮੇਰੇ ਨਾਲ ਅਜਿਹਾ ਕੀਤਾ? ਪਰ ਅਜਿਹਾ ਤਾਂ ਕੁਝ ਵੀ ਨਹੀਂ ਸੀ। ਮੈਂ ਤਾਂ ਉਸ ਨੂੰ ਹਮੇਸ਼ਾ ਤੋਂ ਬਹੁਤ ਜ਼ਿਆਦਾ ਪਿਆਰ ਕੀਤਾ ਹੈ, ਉਸ ਦੀ ਬਹੁਤ ਇੱਜ਼ਤ ਕੀਤੀ ਹੈ ਅਤੇ ਉਸ ਦੀ ਹਰ ਗੱਲ ਮੰਨਦਾ ਆਇਆ ਹਾਂ। ਤਾਂ ਕਿ ਕੁਝ ਪੈਸਿਆਂ ਲਈ ਮੇਰੀ ਪਤਨੀ ਨੇ ਮੇਰੇ ਨਾਲ ਅਜਿਹਾ ਕੀਤਾ? ਅਖੀਰ ਉਹ ਮੇਰੇ ਨਾਲ ਅਜਿਹਾ ਕਿਵੇਂ ਕਰ ਸਕਦੀ ਹੈ? ਉਸ ਨੂੰ ਮੇਰੇ ਤੋਂ ਜ਼ਿਆਦਾ ਪੈਸਿਆਂ ਨਾਲ ਮੁਹੱਬਤ ਕਿਵੇਂ ਹੋ ਸਕਦੀ ਹੈ? ਮੈਂ ਉਸ ਦੀ ਇਹ ਹਰਕਤ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ। ਮੈਂ ਵੀ ਸੋਚ ਲਿਆ ਸੀ, ਜਿਸ ਦਿਨ ਮੈਨੂੰ ਉਸ ਦੇ ਖਿਲਾਫ ਕੋਈ ਸਬੂਤ ਮਿਲ ਗਿਆ ਉਸੇ ਦਿਨ ਮੈਂ ਉਸ ਨੂੰ ਛੱਡ ਦੇਵਾਂਗਾ ਅਤੇ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖ ਲਵਾਂਗਾ। ਉਹਨਾਂ ਦੀ ਪਰਵਰਿਸ਼ ਮੈਂ ਆਪਣੇ ਆਪ ਕਰ ਲਵਾਂਗਾ, ਕਿਉਂਕਿ ਇੱਕ ਚਰਿੱਤਰਹੀਣ ਔਰਤ ਨੂੰ ਮੈਂ ਆਪਣੇ ਬੱਚੇ ਨਹੀਂ ਸੌਂਪ ਸਕਦਾ। ਮੈਂ ਇਕੱਲਾ ਹੀ ਉਹਨਾਂ ਦੀ ਪਰਵਰਿਸ਼ ਕਰ ਸਕਦਾ ਹਾਂ। ਮੈਨੂੰ ਕਿਸੇ ਔਰਤ ਦੀ ਜ਼ਰੂਰਤ ਨਹੀਂ ਹੈ। ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ। ਮੈਂ ਸੋਚਿਆ ਕਿ ਕਿਉਂ ਨਾ ਮੈਂ ਘਰ ਦਾ ਇੰਟਰਨੈਟ ਹੀ ਬੰਦ ਕਰ ਦੇਵਾਂ, ਫਿਰ ਵੇਖਦਾ ਹਾਂ ਮੇਰੀ ਪਤਨੀ ਕੀ ਕਰਦੀ ਹੈ। ਮੈਂ ਅਗਲੇ ਹੀ ਦਿਨ ਆਪਣੇ ਘਰ ਦਾ ਇੰਟਰਨੈਟ ਕਨੈਕਸ਼ਨ ਬੰਦ ਕਰਵਾ ਦਿੱਤਾ। ਅੱਜ ਜਦੋਂ ਮੈਂ ਆਪਣੇ ਕੰਮ ਤੋਂ ਘਰ ਵਾਪਸ ਆਇਆ ਤਾਂ ਮੈਂ ਵੇਖਿਆ ਕਿ ਮੇਰੀ ਪਤਨੀ ਕੁਝ ਪਰੇਸ਼ਾਨ ਲੱਗ ਰਹੀ ਹੈ, ਪਰ ਮੈਂ ਉਸ ਵੱਲ ਧਿਆਨ ਨਹੀਂ ਦਿੱਤਾ। ਮੈਂ ਰੋਜ਼ ਦੀ ਤਰ੍ਹਾਂ ਖਾਣਾ ਖਾਧਾ ਅਤੇ ਲੇਟ ਗਿਆ। ਫਿਰ ਮੇਰੀ ਪਤਨੀ ਆਪਣੇ ਆਪ ਮੇਰੇ ਕੋਲ ਆਈ ਅਤੇ ਆ ਕੇ ਮੈਨੂੰ ਕਹਿਣ ਲੱਗੀ ਕਿ ਅੱਜ ਸਵੇਰੇ ਤੋਂ ਸਾਡਾ ਇੰਟਰਨੈਟ ਨਹੀਂ ਚੱਲ ਰਿਹਾ, ਜਰਾ ਵੇਖੋ ਤਾਂ ਕੀ ਹੋਇਆ ਹੈ। ਉਸ 'ਤੇ ਮੈਂ ਉਸ ਨੂੰ ਜਵਾਬ ਦਿੱਤਾ ਕਿ ਇੰਟਰਨੈਟ ਦਾ ਕੀ ਹੈ, ਕੋਈ ਪਰੇਸ਼ਾਨੀ ਹੋ ਗਈ ਹੋਵੇਗੀ ਜਿਸ ਵਜ੍ਹਾ ਕਰਕੇ ਨਹੀਂ ਚੱਲ ਰਿਹਾ, ਅਤੇ ਤੂੰ ਇੰਨਾ ਪਰੇਸ਼ਾਨ ਕਿਉਂ ਹੋ ਰਹੀ ਹੈ? ਇੱਕ ਦੋ ਦਿਨ ਜੇਕਰ ਨੈਟ ਨਹੀਂ ਚੱਲੇਗਾ ਅਤੇ ਤੂੰ ਆਪਣੇ ਸੀਰੀਅਲ ਨਹੀਂ ਦੇਖੇਗੀ ਤਾਂ ਕੀ ਹੋ ਜਾਵੇਗਾ? ਉਂਝ ਵੀ ਤੂੰ ਸਾਰਾ ਦਿਨ ਸੀਰੀਅਲ ਹੀ ਵੇਖਦੀ ਰਹਿੰਦੀ ਹੈ। ਘਰ 'ਤੇ ਵੀ ਕੁਝ ਧਿਆਨ ਦਿਓ, ਬੱਚਿਆਂ 'ਤੇ ਵੀ ਧਿਆਨ ਦਿਓ। ਮੇਰੇ ਦਿਲ ਵਿੱਚ ਇੰਨੇ ਦਿਨਾਂ ਦੀ ਜੋ ਭੜਾਸ ਸੀ ਅੱਜ ਮੈਂ ਆਪਣੀ ਪਤਨੀ 'ਤੇ ਕੱਢ ਦਿੱਤੀ। ਇਸ 'ਤੇ ਉਹ ਬੋਲੀ, ਅਜਿਹੀ ਕੋਈ ਗੱਲ ਨਹੀਂ ਹੈ, ਮੈਂ ਤਾਂ ਬਸ ਵੈਸੇ ਹੀ ਪੁੱਛ ਰਹੀ ਸੀ। ਮੈਂ ਸੋਚ ਰੱਖਿਆ ਸੀ ਜੇਕਰ ਮੇਰੇ ਇਸ ਕਦਮ ਤੋਂ ਮੇਰੀ ਪਤਨੀ ਸੁਧਰ ਜਾਂਦੀ ਹੈ, ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ, ਤਾਂ ਮੈਂ ਉਸ ਦੀ ਪਹਿਲੀ ਗਲਤੀ ਸਮਝ ਕੇ ਉਸ ਨੂੰ ਮਾਫ ਕਰ ਦੇਵਾਂਗਾ। ਅਸੀਂ ਫਿਰ ਤੋਂ ਆਪਣਾ ਨਵਾਂ ਜੀਵਨ ਸ਼ੁਰੂ ਕਰਾਂਗੇ। ਪਰ ਇੱਥੇ ਤਾਂ ਮੇਰੀ ਪਤਨੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਹੋ ਰਿਹਾ ਸੀ। ਇੱਕ ਦਿਨ ਨੈਟ ਨਹੀਂ ਚੱਲਿਆ ਤਾਂ ਉਹ ਇੰਨਾ ਪਰੇਸ਼ਾਨ ਹੋ ਗਈ ਕਿ ਮੇਰੀ ਪਤਨੀ ਨੂੰ ਪੈਸੇ ਦੀ ਭੈੜੀ ਆਦਤ ਲੱਗ ਗਈ ਸੀ। ਅਜਿਹੀ ਲੱਗੀ ਹੈ ਕਿ ਉਹ ਸਭ ਕੁਝ ਭੁੱਲ ਗਈ। ਇਹੀ ਸੋਚਦਾ ਹੋਇਆ ਮੈਂ ਸੌ ਗਿਆ। ਜਦੋਂ ਸਵੇਰੇ ਮੇਰੀ ਅੱਖ ਖੁੱਲ੍ਹੀ ਤਾਂ ਮੇਰੀ ਮਾਂ ਦੀ ਤਬੀਅਤ ਖਰਾਬ ਸੀ। ਉਸ ਨੂੰ ਬਹੁਤ ਤੇਜ਼ ਬੁਖਾਰ ਸੀ। ਮੈਂ ਉਸ ਨੂੰ ਹਸਪੀਟਲ ਲੈ ਕੇ ਗਿਆ। ਡਾਕਟਰਾਂ ਨੇ ਦੱਸਿਆ ਕਿ ਤੁਹਾਡੀ ਮਾਂ ਦੇ ਕੁਝ ਟੈਸਟ ਹੋਣੇ ਹਨ। ਮੇਰੇ ਕੋਲ ਉਸ ਦੇ ਟੈਸਟ ਕਰਵਾਉਣ ਲਈ ਪੈਸੇ ਨਹੀਂ ਸਨ, ਤਾਂ ਮੈਂ ਆਪਣੇ ਬਾਸ ਨੂੰ ਕਿਹਾ, ਤੁਸੀਂ ਮੈਨੂੰ ਐਡਵਾਂਸ ਤਨਖਾਹ ਦੇ ਦਿਓ। ਪਰ ਮੇਰੇ ਬਾਸ ਨੇ ਕਿਹਾ, ਤੁਹਾਡੀ ਨਵੀਂ ਨੌਕਰੀ ਹੈ, ਅਸੀਂ ਤੁਹਾਨੂੰ ਐਡਵਾਂਸ ਨਹੀਂ ਦੇ ਸਕਦੇ। ਮੈਂ ਬਹੁਤ ਪਰੇਸ਼ਾਨ ਸੀ। ਫਿਰ ਮੈਨੂੰ ਉਹਨਾਂ ਪੈਸਿਆਂ ਦਾ ਖਿਆਲ ਆਇਆ ਜੋ ਮੇਰੇ ਅਕਾਊਂਟ ਵਿੱਚ ਪਏ ਸਨ। ਮੈਂ ਉਹ ਪੈਸੇ ਕੱਢ ਕੇ ਆਪਣੀ ਮਾਂ ਦੇ ਟੈਸਟ ਕਰਵਾਏ। ਮੈਂ ਆਪਣੇ ਆਪ ਤੋਂ ਬਹੁਤ ਨਫ਼ਰਤ ਮਹਿਸੂਸ ਕਰ ਰਿਹਾ ਸੀ। ਅੱਜ ਮੈਨੂੰ ਆਪਣੇ ਗਰੀਬ ਹੋਣ 'ਤੇ ਅਫਸੋਸ ਹੋ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਕਿਸ ਹੱਕ ਨਾਲ ਮੈਂ ਆਪਣੀ ਪਤਨੀ ਨੂੰ ਗਲਤ ਕਹਿ ਰਿਹਾ ਹਾਂ, ਜਦੋਂ ਮੈਂ ਆਪਣੇ ਆਪ ਉਸ ਦੇ ਗਲਤ ਕੰਮ ਤੋਂ ਕਮਾਏ ਹੋਏ ਪੈਸੇ ਖਰਚ ਕਰ ਰਿਹਾ ਹਾਂ। ਪਹਿਲਾਂ ਵੀ ਇਹਨਾਂ ਪੈਸਿਆਂ ਤੋਂ ਹੀ ਮੇਰਾ ਘਰ ਚੱਲਿਆ ਸੀ ਤੇ ਅੱਜ ਵੀ ਇਹਨਾਂ ਪੈਸਿਆਂ ਦੀ ਵਜ੍ਹਾ ਨਾਲ ਹੀ ਮੇਰੀ ਮਾਂ ਦੀ ਜਾਨ ਬਚੀ ਹੈ। ਮੈਂ ਆਪਣੀ ਪਤਨੀ ਸਾਹਮਣੇ ਬਹੁਤ ਸ਼ਰਮਿੰਦਾ ਹੋ ਰਿਹਾ ਸੀ। ਦੂਜੇ ਦਿਨ ਸਾਡਾ ਨੈਟ ਆਪਣੇ ਆਪ ਚੱਲਣ ਲੱਗਾ। ਸ਼ਾਇਦ ਮੇਰੀ ਪਤਨੀ ਨੇ ਆਪਣੇ ਆਪ ਹੀ ਨੈਟ ਦਾ ਕਨੈਕਸ਼ਨ ਚਲਵਾ ਲਿਆ ਸੀ। ਪਰ ਇਸ ਵਾਰ ਮੈਂ ਆਪਣੀ ਪਤਨੀ ਨੂੰ ਕੁਝ ਨਹੀਂ ਕਿਹਾ। ਮੇਰੀ ਪਤਨੀ ਨੇ ਫਿਰ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਰੋਜ਼ ਉਸ ਨੂੰ ਇਹੀ ਕੰਮ ਕਰਦਾ ਵੇਖਦਾ। ਮੈਂ ਉਸ ਤੋਂ ਕੁਝ ਨਹੀਂ ਕਹਿ ਪਾਉਂਦਾ, ਪਰ ਮੈਂ ਵੀ ਮਰਦ ਸੀ। ਅਖੀਰ ਕਦੋਂ ਤੱਕ ਆਪਣੀ ਪਤਨੀ ਨੂੰ ਗਲਤ ਕੰਮ ਕਰਦੇ ਹੋਏ ਵੇਖਦਾ। ਉਹ ਮੇਰੇ ਘਰ ਦੀ ਇੱਜ਼ਤ ਸੀ। ਮੈਂ ਆਪਣੇ ਘਰ ਦੀ ਇੱਜ਼ਤ ਨੂੰ
ਇਸ ਤਰ੍ਹਾਂ ਨਿਲਾਮ ਨਹੀਂ ਹੋਣ ਦੇ ਸਕਦਾ ਸੀ। ਹੁਣ ਮੇਰੇ ਜ਼ਮੀਰ ਨੂੰ ਇਹ ਸਭ ਮਨਜ਼ੂਰ ਨਹੀਂ ਸੀ। ਮੈਂ ਸੋਚ ਲਿਆ ਕਿ ਸੱਚ ਦਾ ਪਤਾ ਲਗਾ ਕੇ ਹੀ ਰਹਾਂਗਾ, ਚਾਹੇ ਸੱਚ ਜੋ ਵੀ ਹੋਵੇ। ਮੈਂ ਉਸ ਨੂੰ ਡਾਇਰੈਕਟ ਨਹੀਂ ਪੁੱਛ ਸਕਦਾ ਸੀ। ਹੋ ਸਕਦਾ ਹੈ ਉਹ ਮੁੱਕਰ ਜਾਂਦੀ ਅਤੇ ਕਹਿੰਦੀ ਮੈਂ ਉਸ 'ਤੇ ਝੂਠਾ ਇਲਜ਼ਾਮ ਲਗਾ ਰਿਹਾ ਹਾਂ। ਮੇਰੇ ਕੋਲ ਕੋਈ ਸਬੂਤ ਵੀ ਤਾਂ ਨਹੀਂ ਸੀ ਜਿਸ ਦੀ ਬੁਨਿਆਦ 'ਤੇ ਮੈਂ ਉਸ ਨੂੰ ਕੁਝ ਕਹਿ ਸਕਦਾ। ਮੈਂ ਸੋਚਿਆ ਗੱਲਾਂ-ਗੱਲਾਂ ਵਿੱਚ ਉਸ ਤੋਂ ਪੁੱਛਣ ਦੀ ਕੋਸ਼ਿਸ਼ ਕਰਦਾ ਹਾਂ। ਅੱਜ ਸਵੇਰੇ ਜਦੋਂ ਅਸੀਂ ਉੱਠੇ ਤਾਂ ਮੈਂ ਆਪਣੀ ਪਤਨੀ ਨੂੰ ਕਿਹਾ, ਹੋਰ ਕਿਵੇਂ ਚੱਲ ਰਹੀ ਹੈ ਤੁਹਾਡੀ ਰਾਤ ਦੀ ਜੋਬ? ਬਹੁਤ ਮਜ਼ਾ ਆਉਂਦਾ ਹੋਵੇਗਾ ਨਾ ਤੁਹਾਨੂੰ ਆਪਣੀ ਜੋਬ ਵਿੱਚ। ਉਂਝ ਵੀ ਇਸ ਕੰਮ ਵਿੱਚ ਤਾਂ ਮਜ਼ਾ ਹੀ ਆਉਂਦਾ ਹੈ ਹਰ ਔਰਤ ਨੂੰ। ਮੇਰੀ ਪਤਨੀ ਨੇ ਗੁੱਸੇ ਵਿੱਚ ਕਿਹਾ, ਇਹ ਕੀ ਕਹਿ ਰਹੇ ਹੋ ਤੁਸੀਂ? ਕਿਵੇਂ ਦੀ ਗੱਲ ਕਰ ਰਹੇ ਹੋ? ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਮੈਂ ਕਿਹਾ, ਤੈਨੂੰ ਕੀ ਸਮਝ ਆਵੇਗਾ, ਤੂੰ ਤਾਂ ਆਪਣੇ ਕੰਮ ਵਿੱਚ ਇੰਨੀ ਮਗਨ ਰਹਿੰਦੀ ਹੈ। ਖੈਰ, ਮੈਂ ਸੀਰੀਅਲ ਬਾਰੇ ਪੁੱਛ ਰਿਹਾ ਸੀ, ਕਿਵੇਂ ਚੱਲ ਰਿਹਾ ਹੈ? ਪਤਨੀ ਕਹਿਣ ਲੱਗੀ, ਅੱਛਾ ਉਹ ਹਾਂ, ਉਹ ਤਾਂ ਬਹੁਤ ਚੰਗਾ ਚੱਲ ਰਿਹਾ ਹੈ। ਮੈਂ ਕਿਹਾ, ਤਾਂ ਠੀਕ ਹੈ, ਫਿਰ ਅੱਜ ਮੈਂ ਵੀ ਤੁਹਾਡੇ ਨਾਲ ਦੇਖਾਂਗਾ। ਮੇਰੀ ਪਤਨੀ ਇੱਕਦਮ ਬੋਲੀ, ਓਏ ਨਹੀਂ, ਤੁਸੀਂ ਜੇਕਰ ਮੇਰੇ ਨਾਲ ਸੀਰੀਅਲ ਵੇਖੋਗੇ ਤਾਂ ਤੁਹਾਡੇ ਤੋਂ ਸਵੇਰੇ ਉੱਠਿਆ ਨਹੀਂ ਜਾਵੇਗਾ। ਫਿਰ ਤੁਸੀਂ ਕੰਮ 'ਤੇ ਕਿਵੇਂ ਜਾਓਗੇ? ਤੁਹਾਨੂੰ ਥਕਾਨ ਹੋ ਜਾਵੇਗੀ। ਉਂਝ ਵੀ ਤੁਹਾਨੂੰ ਸੀਰੀਅਲ ਪਸੰਦ ਨਹੀਂ ਆਵੇਗਾ। ਮੈਂ ਕਿਹਾ, ਹਾਂ ਠੀਕ ਹੈ, ਤੂੰ ਠੀਕ ਕਹਿ ਰਹੀ ਹੈ, ਮੇਰਾ ਸਮਾਂ ਬਰਬਾਦ ਹੋਵੇਗਾ। ਇਹ ਕਹਿ ਕੇ ਮੈਂ ਆਪਣੇ ਕੰਮ ਲਈ ਨਿਕਲ ਗਿਆ ਅਤੇ ਰਸਤੇ ਵਿੱਚ ਸੋਚਣ ਲੱਗਾ ਕਿ ਆਖਿਰ ਕਿਵੇਂ ਪਤਾ ਲਗਾਵਾਂ ਕਿ ਮੇਰੀ ਪਤਨੀ ਰਾਤ ਵਿੱਚ ਕਰਦੀ ਕੀ ਹੈ। ਅਚਾਨਕ ਮੇਰੇ ਦਿਮਾਗ ਵਿੱਚ ਖਿਆਲ ਆਇਆ, ਕਿਉਂ ਨਾ ਮੈਂ ਰਾਤ ਨੂੰ ਆਪਣੀ ਪਤਨੀ ਸਾਹਮਣੇ ਸੌਣ ਦਾ ਡਰਾਮਾ ਕਰਾਂ ਅਤੇ ਜਦੋਂ ਉਹ ਮੈਨੂੰ ਸੌਂਦਾ ਹੋਇਆ ਸਮਝ ਕੇ ਆਪਣੇ ਕੰਮ 'ਤੇ ਲੱਗ ਜਾਵੇ ਤਾਂ ਮੈਂ ਦੇਖਾਂ ਕਿ ਉਹ ਕੀ ਕਰ ਰਹੀ ਹੈ। ਮੈਂ ਸੋਚ ਲਿਆ ਸੀ ਕਿ ਮੈਨੂੰ ਅਜਿਹਾ ਹੀ ਕਰਨਾ ਹੈ। ਰਾਤ ਨੂੰ ਜਦੋਂ ਮੈਂ ਕੰਮ ਤੋਂ ਘਰ ਵਾਪਸ ਆਇਆ ਤਾਂ ਮੈਂ ਖਾਣਾ ਖਾਧਾ ਅਤੇ ਮੈਂ ਲੇਟ ਗਿਆ। ਰੋਜ਼ ਦੀ ਤਰ੍ਹਾਂ ਮੇਰੀ ਪਤਨੀ ਦੁੱਧ ਦਾ ਗਿਲਾਸ ਲੈ ਕੇ ਆਈ, ਪਰ ਅੱਜ ਮੈਂ ਉਹ ਦੁੱਧ ਨਹੀਂ ਪੀਤਾ ਅਤੇ ਆਪਣੀ ਪਤਨੀ ਸਾਹਮਣੇ ਸੌਣ ਦਾ ਡਰਾਮਾ ਕਰਨ ਲੱਗਾ। ਉਸ ਨੂੰ ਲੱਗਾ ਕਿ ਮੈਂ ਸੋ ਰਿਹਾ ਹਾਂ ਤਾਂ ਉਹ ਦੂਜੇ ਕਮਰੇ ਵਿੱਚ ਚਲੀ ਗਈ। ਉਸ ਦੇ ਜਾਣ ਤੋਂ ਬਾਅਦ ਮੈਂ ਉੱਠਿਆ ਅਤੇ ਮੈਂ ਉਸ ਦਾ ਪਿੱਛਾ ਕੀਤਾ। ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਵੇਖਿਆ ਕਿ ਉਹ ਕੀ ਕਰ ਰਹੀ ਹੈ ਅਤੇ ਜੋ ਮੰਜ਼ਰ ਮੈਂ ਦੇਖਿਆ ਉਸ ਨੂੰ ਦੇਖ ਕੇ ਤਾਂ ਮੇਰੀ ਹੋਸ਼ ਉੱਡ ਗਈ। ਉਹ ਮੋਬਾਈਲ ਸਾਹਮਣੇ ਬੈਠ ਗਈ ਅਤੇ ਉਸਨੇ ਕੋਈ ਸੀਰੀਅਲ ਨਹੀਂ ਲਗਾਇਆ ਬਲਕਿ ਕਿਸੇ ਨੂੰ ਵੀਡੀਓ ਕਾਲ ਲਗਾਈ। ਮੈਂ ਵੇਖਿਆ ਕਿ ਸਾਹਮਣੇ ਤੋਂ ਉਸ ਨਾਲ ਦੋ ਮਰਦ ਗੱਲ ਕਰ ਰਹੇ ਸਨ। ਮੈਨੂੰ ਇਹ ਵੇਖ ਕੇ ਬਹੁਤ ਜ਼ਿਆਦਾ ਗੁੱਸਾ ਆਇਆ ਅਤੇ ਮੈਂ ਸੋਚਣ ਲੱਗਾ ਕਿ ਮੇਰੀ ਪਤਨੀ ਮੇਰੇ ਨਾਲ ਅਜਿਹਾ ਕਿਵੇਂ ਕਰ ਸਕਦੀ ਹੈ, ਉਹ ਵੀ ਇੱਕ ਨਹੀਂ ਸਗੋਂ ਦੋ ਗੈਰ ਮਰਦਾਂ ਨਾਲ ਮੇਰੀ ਪਿੱਠ ਪਿੱਛੇ ਚੱਕਰ ਚਲਾ ਰਹੀ ਹੈ। ਫਿਰ ਮੈਂ ਬਿਨਾਂ ਕੁਝ ਸੋਚੇ ਸਮਝੇ ਕਮਰੇ ਅੰਦਰ ਚਲਾ ਗਿਆ ਅਤੇ ਆਪਣੀ ਪਤਨੀ 'ਤੇ ਚੀਕਣ ਲੱਗਾ। ਮੈਨੂੰ ਵੇਖਦੇ ਹੀ ਉਸਨੇ ਝਟਪਟ ਕਾਲ ਕੱਟ ਦਿੱਤੀ। ਫਿਰ ਮੈਂ ਉਸ ਤੋਂ ਪੁੱਛਿਆ ਕਿ ਅਖੀਰ ਤੂੰ ਇੱਥੇ ਕੀ ਕਰ ਰਹੀ ਹੈ? ਇਹ ਹੈ ਤੁਹਾਡਾ ਸੀਰੀਅਲ? ਤੂੰ ਮੈਨੂੰ ਅੱਜ ਤੱਕ ਝੂਠ ਬੋਲਦੀ ਆਈ ਹੈ। ਇਹ ਸੀਰੀਅਲ ਦੇਖਣ ਦੀ ਆੜ ਵਿੱਚ ਤੂੰ ਇੱਥੇ ਮੇਰੇ ਪਿੱਠ ਪਿੱਛੇ ਇਹ ਗੁਲ ਖਿਲਾ ਰਹੀ ਹੈ। ਮੇਰੀ ਇਹ ਸਭ ਗੱਲਾਂ ਸੁਣ ਕੇ ਮੇਰੀ ਪਤਨੀ ਬਹੁਤ ਸ਼ਰਮਿੰਦਾ ਹੋਈ ਅਤੇ ਮੈਨੂੰ ਕਹਿਣ ਲੱਗੀ ਕਿ ਮੇਰੀ ਗੱਲ ਤਾਂ ਸੁਣੋ। ਮੈਂ ਉਸ ਨੂੰ ਕਿਹਾ ਕਿ ਹੁਣੇ ਵੀ ਤੂੰ ਮੇਰੇ ਤੋਂ ਕੁਝ ਕਹਿਣਾ ਚਾਹੁੰਦੀ ਹੈ ਕਿ ਹੁਣ ਵੀ ਕੁਝ ਸੁਣਨ ਨੂੰ ਬਾਕੀ ਰਹਿ ਗਿਆ ਹੈ? ਮੇਰੀ ਪਤਨੀ ਨੇ ਕਿਹਾ, ਤੁਸੀਂ ਪਲੀਜ਼ ਇੱਕ ਵਾਰ ਮੇਰੀ ਗੱਲ ਸੁਣ ਲਓ, ਫਿਰ ਤੁਹਾਡਾ ਜੋ ਫੈਸਲਾ ਹੋਵੇਗਾ ਮੈਨੂੰ ਮਨਜ਼ੂਰ ਹੈ। ਜਦੋਂ ਸਾਡਾ ਵਿਆਹ ਹੋਇਆ ਮੈਂ ਤੁਹਾਡੇ ਨਾਲ ਬਹੁਤ ਖੁਸ਼ ਸੀ। ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਫਿਰ ਸਾਡੇ ਬੱਚੇ ਹੋ ਗਏ, ਸਾਡੇ ਖਰਚੇ ਵਧਣ ਲੱਗੇ। ਜਿਵੇਂ ਜਿਵੇਂ ਸਾਡੇ ਬੱਚੇ ਵੱਡੇ ਹੋਣ ਲੱਗੇ ਸਾਡੇ ਘਰ ਵਿੱਚ ਪੈਸੇ ਦੀ ਕਮੀ ਵੀ ਵਧਣ ਲੱਗੀ। ਮੈਂ ਬੱਚਿਆਂ ਨੂੰ ਛੋਟੀ ਚੀਜ਼ ਲਈ ਤਰਸਦੀ ਹੋਈ ਵੇਖਦੀ ਤਾਂ ਮੈਨੂੰ ਵੇਖ ਕੇ ਬਹੁਤ ਤਕਲੀਫ ਹੁੰਦੀ ਸੀ। ਸਾਡੇ ਬੱਚੇ ਜਦੋਂ ਗੁਆਂਢ ਦੇ ਬੱਚਿਆਂ ਨੂੰ ਸਕੂਲ ਜਾਂਦੇ ਵੇਖਦੇ ਤਾਂ ਉਹ ਮੈਨੂੰ ਕਹਿੰਦੇ ਕਿ ਮਾਂ ਅਸੀਂ ਕਦੋਂ ਸਕੂਲ ਜਾਵਾਂਗੇ? ਪਰ ਮੇਰੇ ਕੋਲ ਉਸ ਸਵਾਲ ਦਾ ਕੋਈ ਜਵਾਬ ਨਾ ਹੁੰਦਾ। ਮੈਂ ਵੀ ਚਾਹੁੰਦੀ ਸੀ ਕਿ ਸਾਡੇ ਬੱਚੇ ਸਕੂਲ ਜਾਣ। ਮੈਂ ਰੋਜ਼ ਸੋਚਦੀ ਕਿ ਤੁਹਾਡੇ ਨਾਲ ਇਸ ਬਾਰੇ ਗੱਲ ਕਰਾਂ, ਪਰ ਤੁਹਾਨੂੰ ਜਦੋਂ ਥੱਕਿਆ ਹਾਰਿਆ ਵੇਖਦੀ ਤਾਂ ਤੁਹਾਨੂੰ ਕੁਝ ਕਹਿਣ ਦੀ ਹਿੰਮਤ ਨਹੀਂ ਹੁੰਦੀ, ਕਿਉਂਕਿ ਮੈਂ ਜਾਣਦੀ ਸੀ ਕਿ ਤੁਸੀਂ ਸਾਡੇ ਲਈ ਬਹੁਤ ਮਿਹਨਤ ਕਰਦੇ ਹੋ। ਪਰ ਫਿਰ ਵੀ ਸਾਡੇ ਖਰਚੇ ਪੂਰੇ ਨਹੀਂ ਹੋ ਪਾ ਰਹੇ ਸਨ। ਫਿਰ ਇੱਕ ਦਿਨ ਮੇਰੀ ਕਜ਼ਨ ਸਾਡੇ ਘਰ ਆਈ ਤਾਂ ਉਸਨੇ ਮੈਨੂੰ ਇਸ ਜੌਬ ਬਾਰੇ ਦੱਸਿਆ। ਮੈਂ ਜਾਣਦੀ ਸੀ ਕਿ ਤੁਸੀਂ ਮੈਨੂੰ ਮਨਾ ਕਰ ਦਿਓਗੇ, ਇਸ ਲਈ ਮੈਂ ਤੁਹਾਨੂੰ ਬਿਨਾਂ ਪੁੱਛੇ ਇਹ ਕੰਮ ਕਰਨ ਲੱਗੀ। ਮੈਂ ਕੋਈ ਗਲਤ ਕੰਮ ਨਹੀਂ ਕਰਦੀ, ਬਲਕਿ ਫੋਨ ਤੇ ਬਿਊਟੀ ਪ੍ਰੋਡਕਟ ਸੇਲ ਕਰਦੀ ਹਾਂ। ਪਰ ਮੈਂ ਮਹਿਸੂਸ ਕੀਤਾ ਤੁਸੀਂ ਮੇਰੇ ਤੇ ਸ਼ੱਕ ਕਰਨ ਲੱਗੇ ਹੋ।
ਪਰ ਇਹ ਕੰਮ ਕਰਨਾ ਮੇਰੀ ਮਜਬੂਰੀ ਸੀ। ਆਪਣੇ ਬੱਚਿਆਂ ਲਈ ਮੈਂ ਕੁਝ ਵੀ ਕਰ ਸਕਦੀ ਹਾਂ। ਇਸ ਲਈ ਮੈਂ ਤੁਹਾਨੂੰ ਰਾਤ ਨੂੰ ਦੁੱਧ ਦਿੰਦੀ ਸੀ ਤਾਂ ਕਿ ਤੁਸੀਂ ਆਰਾਮ ਨਾਲ ਸੋ ਜਾਓ ਤੇ ਮੈਂ ਆਪਣਾ ਕੰਮ ਕਰ ਸਕਾਂ। ਮੈਂ ਤੁਹਾਡੇ ਘਰ ਦੇ ਖਰਚੇ ਵਿੱਚ ਮਦਦ ਕਰ ਸਕਾਂ। ਮੇਰਾ ਭਰੋਸਾ ਕਰੋ, ਮੈਂ ਕੋਈ ਗਲਤ ਕੰਮ ਨਹੀਂ ਕਰਦੀ। ਤੁਸੀਂ ਅੱਜ ਜੋ ਮੈਨੂੰ ਵੀਡੀਓ ਕਾਲ ਤੇ ਗੱਲ ਕਰਦੇ ਵੇਖਿਆ, ਉਹ ਸਾਡੀ ਮੀਟਿੰਗ ਹੁੰਦੀ ਹੈ ਹਰ ਮਹੀਨੇ, ਜਿਸ ਵਿੱਚ ਸਾਨੂੰ ਵੀਡੀਓ ਕਾਲ ਤੇ ਦੱਸਿਆ ਜਾਂਦਾ ਹੈ ਕਿ ਅਸੀਂ ਆਪਣੇ ਪ੍ਰੋਡਕਟ ਕਿਵੇਂ ਸੇਲ ਕਰ ਸਕਦੇ ਹਾਂ ਅਤੇ ਅਸੀਂ ਆਪਣੇ ਕੰਮ ਨੂੰ ਕਿਵੇਂ ਅੱਗੇ ਵਧਾ ਸਕਦੇ ਹਾਂ। ਆਪਣੀ ਪਤਨੀ ਦੀ ਸਾਰੀ ਗੱਲਾਂ ਸੁਣ ਕੇ ਮੈਨੂੰ ਆਪਣੀ ਸੋਚ ਤੇ ਘਿਣ ਆ ਰਹੀ ਸੀ। ਮੈਂ ਆਪਣੀ ਪਤਨੀ ਬਾਰੇ ਇੰਨਾ ਗਲਤ ਕਿਵੇਂ ਸੋਚ ਸਕਦਾ ਸੀ। ਚੰਗਾ ਹੋਇਆ ਕਿ ਮੈਂ ਆਪਣੀ ਪਤਨੀ ਤੋਂ ਕੋਈ ਗਲਤ ਸਵਾਲ ਨਹੀਂ ਕੀਤਾ, ਵਰਨਾ ਮੇਰੀ ਪਤਨੀ ਮੇਰੇ ਬਾਰੇ ਕਿੰਨਾ ਗਲਤ ਸੋਚਦੀ। ਹੋ ਸਕਦਾ ਹੈ ਉਹ ਮੈਨੂੰ ਮਾਫ ਵੀ ਨਹੀਂ ਕਰਦੀ। ਮੈਂ ਆਪਣੇ ਦਿਲ ਹੀ ਦਿਲ ਵਿੱਚ ਰੱਬ ਦਾ ਸ਼ੁਕਰ ਅਦਾ ਕਰ ਰਿਹਾ ਸੀ। ਉਸ ਦੇ ਬਾਅਦ ਮੈਂ ਆਪਣੀ ਪਤਨੀ ਨੂੰ ਗਲ ਨਾਲ ਲਾ ਲਿਆ ਅਤੇ ਉਸ ਤੋਂ ਆਪਣੇ ਕੀਤੇ ਦੀ ਮਾਫੀ ਮੰਗੀ। ਉਸ ਦੇ ਬਾਅਦ ਉਹ ਹਰ ਰੋਜ਼ ਰਾਤ ਨੂੰ ਸਾਡੇ ਕਮਰੇ ਵਿੱਚ ਬੈਠ ਕੇ ਹੀ ਆਪਣਾ ਕੰਮ ਕਰਦੀ ਸੀ। ਮੈਂ ਵੀ ਕਦੇ-ਕਦੇ ਉਸਦੇ ਕੰਮ ਵਿੱਚ ਮਦਦ ਕਰਦਾ ਸੀ। ਹੁਣ ਅਸੀਂ ਦੋਨਾਂ ਨੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਡੇ ਘਰ ਦੇ ਖਰਚੇ ਬਹੁਤ ਸੌਖੀ ਤਰ੍ਹਾਂ ਪੂਰੇ ਹੋਣ ਲੱਗੇ। ਹੁਣ ਸਾਡੇ ਬੱਚੇ ਇੱਕ ਚੰਗੇ ਸਕੂਲ ਵਿੱਚ ਪੜ੍ਹਨ ਜਾਂਦੇ ਹਨ ਅਤੇ ਅਸੀਂ ਖੁਸ਼ਹਾਲ ਜੀਵਨ ਜੀ ਰਹੇ ਹਾਂ।